ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਪਰਨ ਕੌਰ ਮਾਨ। ਖਬਰਾਂ ਦੇ ਬ੍ਰਿਟਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬ੍ਰਿਟਨ ਦੇ ਸਪਾਂਸਰ ਰੀਅਲ ਏਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਏਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਅਮਰੀਕਾ ਨੇ ਐਸਟਰਾਜ਼ੈਨਕਾ ਦੀ ਐਂਟੀਬਾਡੀ ਦਵਾਈ ਨੂੰ ਦਿੱਤੀ ਮਨਜ਼ੂਰੀ। ਕੈਨੇਡਾ ਵੱਲੋਂ ਬੀਜਿੰਗ ਖੇਡਾਂ ਦੇ ਡਿਪਲੋਮੈਟਿਕ ਬਾਈਕਾਟ ਦਾ ਐਲਾਨ। ਕੈਨੇਡਾ ਡਰੱਗ ਟ੍ਰੈਫਿਕਿੰਗ, ਹਥਿਆਰ ਅਤੇ ਹਿੰਸਾ ਮਾਮਲੇ ਵਿੱਚ 6 ਪੰਜਾਬੀ ਨੌਜਵਾਨ ਗ੍ਰਿਫਤਾਰ। ਫਾਈਜ਼ਰ ਦਾ ਦਾਅਵਾ, ਕਰੋਨਾ ਵੈਕਸੀਨ ਦੀਆਂ 3 ਖੁਰਾਕਾਂ ਓਮਿਕਰੌਨ ਨੂੰ ਕਰਨਗੀਆਂ ਬੇਅਸਰ। ਕੈਨੇਡਾ ਵਿੱਚ ਦਸਤਾਰ ਨੂੰ ਮਿਲਿਆ ਮਾਣ। ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਸਰਦਾਰ ਗੁਰਬਖਸ਼ ਸਿੰਘ ਮੱਲੀ ਦੇ ਨਾਮ ਤੇ ਬਰੈਂਪਟਨ ਵਿੱਚ ਪਾਰਕ ਦਾ ਉਦਘਾਟਨ। ਕੈਨੇਡਾ 'ਚ 2 ਮਹੀਨਿਆਂ ਤੋਂ ਲਾਪਤਾ 21 ਸਾਲਾ ਅਨਮੋਲ ਦੀ ਮਿਲੀ ਲਾਸ਼। ਅਧਿਐਨ 'ਚ ਖੁਲਾਸਾ, ਅਮਰੀਕਾ 'ਚ ਮਹਿਲਾ ਅਤੇ ਪੁਰਸ਼ ਡਾਕਟਰਾਂ ਦੀ ਕਮਾਈ ਵਿੱਚ ਵੱਡਾ ਫਰਕ। ਅਮਰੀਕਾ 'ਚ ਗੰਦੇ ਪਾਣੀ ਵਿੱਚ ਪਾਇਆ ਗਿਆ ਓਮਿਕਰੌਨ ਵੇਰੀਐਂਟ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਅੰਦੋਲਨ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਅੰਦੋਲਨ ਸਸਪੈਂਡ ਕਰਨ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੇ ਕਰੀਬ 1 ਸਾਲ ਤੱਕ ਸੰਘਰਸ਼ ਕੀਤਾ। 15 ਜਨਵਰੀ ਨੂੰ ਕਿਸਾਨ ਮੋਰਚੇ ਦੀ ਫਿਰ ਬੈਠਕ ਹੋਏਗੀ। ਹਰ ਮਹੀਨੇ ਸਮੀਖਿਆ ਬੈਠਕ ਹੋਏਗੀ। ਸਰਕਾਰੀ ਵਾਅਦੇ ਪੂਰੇ ਨਹੀਂ ਤਾਂ ਅਸੀਂ ਫਿਰ ਤੋਂ ਅੰਦੋਲਨ ਕਰਾਂਗੇ। ਅੱਜ ਵੀ ਕਿਸਾਨਾਂ ਦੇ ਲਈ ਕਈ ਸਵਾਲ ਬਾਕੀ ਨੇ। 11 ਦਸੰਬਰ ਤੋਂ ਬਾਰਡਰਾਂ ਤੋਂ ਹਟਾਂਗੇ ਅਤੇ ਘਰਾਂ ਨੂੰ ਵਾਪਸੀ ਕਰਾਂਗੇ। ਕਿਸਾਨ ਵੱਡੀ ਜਿੱਤ ਲੈ ਕੇ ਜਾ ਰਹੇ ਨੇ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਅੰਦੋਲਨ ਕਿਤੇ ਨਹੀਂ ਹੋਇਆ। ਸਰਕਾਰ ਨੇ ਕਾਨੂੰਨ ਵਾਪਸ ਲਏ, ਇਹ ਵੱਡੀ ਜਿੱਤ ਹੈ। ਇੱਕ ਸੰਯੁਕਤ ਕਿਸਾਨ ਮੋਰਚੇ ਦੀ ਇਤਿਹਾਸਿਕ ਜਿੱਤ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਦਾ ਅੰਦੋਲਨ ਸੀ। ਕਿਸਾਨ ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਦੀ ਵੱਡੀ ਮੰਗ ਨੂੰ ਮੰਨਿਆ ਹੈ। ਉੱਥੇ ਕਿਸਾਨ ਆਗੂਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਮਾਮਲੇ ਨੂੰ ਛੱਡਿਆ ਨਹੀਂ ਹੈ। ਸੁਪਰੀਮ ਕੋਰਟ ਦੀ ਇੱਕ ਕਮੇਟੀ ਬਣੀ ਹੋਈ ਹੈ। ਇਸ ਪੂਰੇ ਮਾਮਲੇ ਨੂੰ ਕਮੇਟੀ ਦੇਖ ਰਹੀ ਹੈ। ਸਰਕਾਰ ਇਸ ਮਾਮਲੇ ਵਿੱਚ ਅਜੇ ਦਖਲ ਅੰਦਾਜ਼ੀ ਨਹੀਂ ਕਰੇਗੀ। ਸੰਯੁਕਤ ਕਿਸਾਨ ਮੋਰਚਾ ਇਕਜੁੱਟ ਹੈ ਅਤੇ ਰਹੇਗਾ। ਦੱਸ ਦਈਏ ਕਿ ਦਿੱਲੀ ਦੇ ਸਿੰਘੂ ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੇ ਕਿਸਾਨ 26 ਨਵੰਬਰ 2020 ਤੋਂ ਡਟੇ ਹੋਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 19 ਨਵੰਬਰ 2021 ਨੂੰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ। ਕਿਸਾਨ ਜਥੇਬੰਦੀਆਂ ਨੇ ਕੁਝ ਅਹਿਮ ਫੈਸਲੇ ਲਏ ਨੇ। 11 ਦਸੰਬਰ ਨੂੰ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੋਂ ਸਵੇਰੇ 9 ਵਜੇ ਵਾਪਸੀ ਹੋਏਗੀ। 13 ਦਸੰਬਰ ਨੂੰ 32 ਕਿਸਾਨ ਜਥੇਬੰਦੀਆਂ ਦੇ ਆਗੂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ। 15 ਦਸੰਬਰ ਨੂੰ ਪੰਜਾਬ ਵਿੱਚ ਚੱਲਦੇ ਸਾਰੇ ਮੋਰਚੇ ਖਤਮ ਕੀਤੇ ਜਾਣਗੇ। ਅਮਰੀਕਾ ਦੇ ਸੰਘੀ ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਗੰਭੀਰ ਸਿਹਤ ਸਮੱਸਿਆਵਾਂ ਜਾਂ ਐਲਰਜੀ ਵਾਲੇ ਲੋਕਾਂ ਲਈ ਕੋਵਿਡ-19 ਖਿਲਾਫ ਪ੍ਰਤੀਰੋਧਕ ਸਮਰੱਥਾ ਬਣਾਉਣ ਵਾਲੀ ਇੱਕ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਨੂੰ ਟੀਕਾਕਰਨ ਤੋਂ ਲੋੜੀਂਦੀ ਸੁਰੱਖਿਆ ਨਹੀਂ ਮਿਲ ਸਕਦੀ ਹੈ। ਪਿਛਲੇ 1 ਸਾਲ ਤੋਂ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਅ ਲਈ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਇੱਕ ਮਿਆਰੀ ਇਲਾਜ ਰਿਹਾ ਹੈ। ਹਾਲਾਂਕਿ ਬੁੱਧਵਾਰ ਨੂੰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੁਆਰਾ ਮਨਜ਼ੂਰ ਐਂਟੀਬਾਡੀ ਡਰੱਗ ਐਸਟਰਾਜ਼ੈਨਕਾ ਵੱਖਰੀ ਹੈ। ਇਹ ਪਹਿਲੀ ਅਜਿਹੀ ਦਵਾਈ ਹੈ ਜੋ ਲਾਗ ਤੋਂ ਲੰਬੇ ਸਮੇਂ ਲਈ ਸੁਰੱਖਿਆ ਪ੍ਰਦਾਨ ਕਰੇਗੀ, ਨਾ ਕਿ ਸਿਰਫ ਥੋੜੇ ਸਮੇਂ ਲਈ। ਕੈਂਸਰ ਦੇ ਮਰੀਜ਼, ਅੰਗ ਟ੍ਰਾਂਸਪਲਾਂਟ ਕਰਵਾਉਣ ਵਾਲੇ, ਗਠੀਆ ਵਰਗੀਆਂ ਬਿਮਾਰੀਆਂ ਤੋਂ ਪੀੜਤ ਲੋਕ ਇਹ ਦਵਾਈ ਲੈ ਸਕਦੇ ਨੇ। ਸਿਹਤ ਮਾਹਿਰਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਅਮਰੀਕਾ ਦੀ 2 ਤੋਂ 3% ਆਬਾਦੀ ਇਸ ਸ਼੍ਰੇਣੀ ਵਿੱਚ ਆਉਂਦੀ ਹੈ। ਘੋਸ਼ਣਾ ਤੋਂ ਪਹਿਲਾਂ ਮਿਨੀਸੋਟਾ ਯੂਨੀਵਰਸਿਟੀ ਦੇ ਡਾਕਟਰ ਡੇਵਿਡ ਬੋਲਵੇਅਰ ਨੇ ਕਿਹਾ ਕਿ ਇਹ ਲੋਕ ਅਜੇ ਵੀ ਬਾਹਰ ਨਹੀਂ ਨਿਕਲ ਪਾ ਰਹੇ ਕਿਉਂਕਿ ਉਹਨਾਂ ਨੂੰ ਲਾਗ ਲੱਗਣ ਜਾਂ ਇਸ ਨਾਲ ਮਰਨ ਦਾ ਉੱਚ ਜੋਖਮ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਇਸ ਦਵਾਈ ਨਾਲ ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਇੱਕ ਵਾਰ ਫਿਰ ਤੋਂ ਆਪਣੀ ਆਮ ਰੂਟੀਨ ਵਿੱਚ ਵਾਪਸ ਆ ਸਕਣਗੇ। FDA ਦੁਆਰਾ ਐਸਟਰਾਜ਼ੈਨਕਾ ਦੀ ਜਿਹੜੀ ਐਂਟੀਬਾਡੀ ਦਵਾਈ ਨੂੰ ਮਨਜ਼ੂਰੀ ਦਿੱਤੀ ਗਈ ਹੈ, ਉਸ ਦਾ ਨਾਂ ਇਵੂਸ਼ੀਲਡ ਹੈ। ਇਹ ਦਵਾਈ ਬਾਲਗਾਂ ਅਤੇ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਹੈ, ਜਿਨ੍ਹਾਂ ਦੇ ਸਰੀਰ ਨੇ ਐਂਟੀ ਕੋਵਿਡ-19 ਵੈਕਸੀਨ ਲੈਣ ਤੋਂ ਬਾਅਦ ਲੋੜੀਂਦੀ ਪ੍ਰਤੀਰੋਧਕ ਸ਼ਕਤੀ ਵਿਕਸਿਤ ਨਹੀਂ ਕੀਤੀ ਹੈ ਜਾਂ ਜਿਨ੍ਹਾਂ ਨੂੰ ਵੈਕਸੀਨ ਪ੍ਰਤੀ ਗੰਭੀਰ ਐਲਰਜੀ ਵਾਲੀ ਪ੍ਰਤੀਕਿਰਿਆ ਹੁੰਦੀ ਹੈ। ਅਮਰੀਕਾ, ਆਸਟ੍ਰੇਲੀਆ ਤੇ ਬ੍ਰਿਟੇਨ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਬੀਜਿੰਗ ਵਿੰਟਰ ਓਲੰਪਿਕ ਦਾ ਸਿਆਸੀ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਕਿਹਾ, ਮਨੁੱਖੀ ਅਧਿਕਾਰਾਂ ਦੇ ਮਾਮਲੇ ਨੂੰ ਲੈ ਕੇ ਬੀਜਿੰਗ ਵਿੰਟਰ ਓਲੰਪਿਕਸ ਦੇ ਸਿਆਸੀ ਬਾਈਕਾਟ ਵਿੱਚ ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਦੇ ਨਾਲ ਕੈਨੇਡਾ ਵੀ ਹੈ। ਇਸ ਤੋਂ ਪਹਿਲਾਂ ਬ੍ਰਿਟੇਨ ਨੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ 2022 ਵਿੱਚ ਚੀਨ ਵਿੱਚ ਹੋਣ ਵਾਲੇ ਵਿੰਟਰ ਓਲੰਪਿਕ ਦਾ ਸਿਆਸੀ ਬਾਈਕਾਟ ਕੀਤਾ ਜਾਏਗਾ, ਜਿਸ ਵਿੱਚ ਉਹਨਾਂ ਦੇ ਕਿਸੇ ਵੀ ਸਰਕਾਰੀ ਜਾਂ ਅਧਿਕਾਰੀ ਦੇ ਸ਼ਾਮਲ ਹੋਣ ਦੀ ਉਮੀਦ ਨਹੀਂ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਚੀਨ ਵਿੱਚ
ਕਥਿਤ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਮਾਮਲੇ ਤੇ ਸਿਆਸੀ ਬਾਈਕਾਟ ਤੇ ਵਿਚਾਰ ਕਰ ਰਹੇ ਨੇ। ਦੱਸ ਦੇਈਏ ਕਿ ਵਾਸ਼ਿੰਗਟਨ ਨੇ ਸ਼ਿਨਜਿਆਂਗ ਵਿੱਚ ਘੱਟ ਗਿਣਤੀ ਮੁਸਲਮਾਨਾਂ ਦੇ ਕਤਲੇਆਮ ਦੀ ਗੱਲ ਕਹੀ ਸੀ। ਅਮਰੀਕਾ ਨੇ ਇਸ ਹਫ਼ਤੇ ਸੋਮਵਾਰ ਨੂੰ ਦੱਸਿਆ ਕਿ ਉਹ ਬੀਜਿੰਗ ਵਿੱਚ ਹੋਣ ਵਾਲੇ ਵਿੰਟਰ 올림픽ਸ 2022 ਵਿੱਚ ਸਰਕਾਰੀ ਅਧਿਕਾਰੀਆਂ ਨੂੰ ਨਹੀਂ ਭੇਜੇਗਾ। ਦੱਸ ਦੇਈਏ ਕਿ ਸਾਲ 2028 ਵਿੱਚ ਅਮਰੀਕਾ 올림픽ਸ ਦੀ ਮੇਜ਼ਬਾਨੀ ਲਾਸ ਐਂਜਲਸ ਵਿੱਚ ਕਰੇਗਾ। व्हाइट हाउस आमतौर पर ओलंपिक के उद्घाटन और समाप्ति समारोह विच एक प्रतिनिधिमंडल भेजता है, लेकिन इस बार सियासी बायकाट के तहत तो प्रतिनिधिमंडल नहीं भेजेगा। अमेरिका के सीनियर सांसदां ने सियासी बायकाट की मांग की वकालत की है। चीन ने अमेरिका को धमकी दी है कि जेकर वो बीजिंग ओलंपिक्स का सियासी बायकाट करता है तो उसनूं भी ठोस जवाबी कार्रवाई के लिए तैयार रहना होएगा। चीन के विदेश मंत्रालय के बुलारे जाओ लीजियान ने कहा कि जेकर अमेरिका अजिहा करता है तो सियासी तौर पर भड़काउण वाली कार्रवाई होएगी। ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਕੈਲਗਰੀ ਵਿੱਚ ਡਰੱਗ ਟ੍ਰੈਫਿਕਿੰਗ, ਹਥਿਆਰ ਅਤੇ ਹਿੰਸਾ ਨਾਲ ਜੁੜੇ ਮਾਮਲੇ ਵਿੱਚ 9 ਲੋਕ ਗ੍ਰਿਫਤਾਰ ਕੀਤੇ ਗਏ ਨੇ। ਇਹਨਾਂ ਗ੍ਰਿਫਤਾਰ ਲੋਕਾਂ ਵਿੱਚ 6 ਪੰਜਾਬੀ ਨੌਜਵਾਨ ਵੀ ਸ਼ਾਮਲ ਨੇ। ਜਾਣਕਾਰੀ ਮੁਤਾਬਕ ਕੈਲਗਰੀ ਪੁਲਿਸ ਵੱਲੋਂ ਸੈਸਕਾਚੂਨ ਇੰਟੀਗ੍ਰੇਟਿਡ ਕ੍ਰਾਈਮ ਰਿਡਕਸ਼ਨ ਟੀਮ ਨਾਲ ਮਿਲ ਕੇ 18 ਮਹੀਨੇ ਚੱਲੀ ਜਾਂਚ ਤੋਂ ਬਾਅਦ 9 ਲੋਕ ਗ੍ਰਿਫਤਾਰ ਕੀਤੇ ਗਏ ਨੇ ਅਤੇ ਉਹਨਾਂ ਤੇ ਕੁੱਲ 73 ਚਾਰਜ ਲਗਾਏ ਗਏ ਹਨ। गिरफ्तार किए शक्की दोषियों 6 पंजाबी ने। इन्हां ते अंतरराष्ट्रीय ड्रग ट्रैफिकिंग, गैर कानूनी हथियार और हिंसा करने के दोष लगे ने। गिरफ्तार और चार्ज होने वालों में 31 साला अमनदीप सग्गू, 25 साला रवनीत गिल, 22 साला प्रभजोत पट्टी, 23 साला जरमनजीत देतवास आदि शामिल हैं। इन्हां कथित दोषियों कोलों भारी मात्रा में ड्रग, हथियार और नकदी भी बरामद हुई है। पुलिस का कहना है कि कैलगरी वासियों की सुरक्षा लिए यह एक वड्डा कदम है। गिरफ्तार किए गए दोषियों को 17 दसंबर 2021, 7 जनवरी 2022, 17 जनवरी 2022, 28 फरवरी 2022, 3 अक्तूबर 2022 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਇਹ ਗੈਂਗ ਪਿਛਲੇ ਸਾਲ ਤੋਂ ਐਲਬਰਟਾ, ਸਸਕੈਚੁਆਨ ਅਤੇ BBC ਵਿੱਚ ਨਸ਼ਿਆਂ ਦਾ ਕਾਰੋਬਾਰ ਕਰਦਾ ਸੀ। ਦਵਾਈ ਨਿਰਮਾਤਾ ਕੰਪਨੀ ਫਾਈਜ਼ਰ ਬਾਇਓਟੈਕ ਨੇ ਦਾਅਵਾ ਕੀਤਾ ਹੈ ਕਿ ਉਸਦੀ ਕੋਵਿਡ ਵੈਕਸੀਨ ਕੋਰੋਨਾ ਵਾਇਰਸ ਦੇ ਓਮਿਕਰੌਨ ਵੈਰੀਐਂਟ ਨੂੰ ਬੇਅਸਰ ਕਰਨ ਵਿੱਚ ਕਾਰਗਰ ਹੋਏਗੀ। ਕੰਪਨੀ ਨੇ ਕਿਹਾ ਕਿ ਇਸ ਲਈ ਵੈਕਸੀਨ ਦੀਆਂ 2 ਖੁਰਾਕਾਂ ਲੈਣੀਆਂ ਕਾਫੀ ਨਹੀਂ ਹਨ, ਇਸ ਲਈ ਤੀਜੀ ਖੁਰਾਕ ਲੈਣੀ ਪਏਗੀ। ਕੰਪਨੀ ਨੇ ਕਿਹਾ ਵੈਕਸੀਨ ਦੀਆਂ 2 ਖੁਰਾਕਾਂ ਓਮਿਕਰੌਨ ਨਾਲ ਲੜਨ ਲਈ ਲੋੜੀਂਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਿਕਸਿਤ ਕਰਨ ਦੇ ਸਮਰੱਥ ਨਹੀਂ ਹੋ ਸਕਦੀਆਂ ਹਨ। ਕੰਪਨੀ ਨੇ ਕਿਹਾ ਫਾਈਜ਼ਰ ਇੰਕ ਅਤੇ ਬਾਇਓਟੈਕ SE ਨੇ ਅੱਜ ਇੱਕ ਸ਼ੁਰੂਆਤੀ ਪ੍ਰਯੋਗਸ਼ਾਲਾ ਅਧਿਐਨ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ, ਜਿਸ ਵਿੱਚ ਇਹ ਦਿਖਾਇਆ ਗਿਆ ਹੈ ਕਿ ਫਾਈਜ਼ਰ ਬਾਇਓਟੈਕ ਕੋਵਿਡ-19 ਵੈਕਸੀਨ ਤੋਂ ਪ੍ਰੇਰਿਤ ਸੀਰਮ ਐਂਟੀਬਾਡੀ 3 ਖੁਰਾਕਾਂ ਦੇ ਬਾਅਦ SARS-CoV-2 ਓਮਿਕਰੌਨ ਸੰਸਕਰਣ ਨੂੰ ਬੇਅਸਰ ਕਰ ਦਿੰਦੀ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਝੁੱਗਾ ਦੇ ਜੰਪਲ ਤੇ ਕੈਨੇਡਾ ਵਿੱਚ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਬਣ ਕੇ ਭਾਈਚਾਰੇ ਨੂੰ ਇਸ ਪੱਧਰ ਤੱਕ ਲੈ ਆਉਣਾ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਬਰੈਂਪਟਨ ਵਿੱਚ ਮਾਣਯੋਗ ਗੁਰਬਖਸ਼ ਸਿੰਘ ਮੱਲੀ ਪਾਰਕ ਦਾ ਉਦਘਾਟਨ ਕੀਤਾ ਗਿਆ। याद रहे सरदार मल्ली कारण अज दे साडे सारे संसद मैंबरां लई ओटावा जाण दा रस्ता तैयार होया। उन्हां वल्लों पाई निर्विघन पक्की सड़क ते कार चलाउणा आसान है, पर रेगिस्तान विच बिल्कुल नवां फुटपाथ बनाउणा बहुत मुश्किल है। इस मौके पूरे मल्ली परिवार नूं समुचे भाईचारे वल्लों वधाइयां दित्तियां गईयां। इस मौके ब्रैम्पटन दे मेयर पैट्रिक ब्राउन, सूबाई लिबरल आगू डिल डूका, रीजनल कौंसलर गुरप्रीत ढिल्लों, सिटी कौंसलर हरकीरत सिंह, सूबाई लिबरल उम्मीदवार हरिंदर मल्ली, लंडन तो मनप्रीत कौर बराड़, विंडसर तो कौंसलर जीवन गिल साबका सिटी कौंसलर विक्की ढिल्लों ते वड्डी गिणती विच मीडिया हाज़र सी। इस मौके जतिंदर सिंह गिल मोगा, हरविंदर दीद मोगा, बलजिंदर सेखा, बिंदर सिंह आदि ने मल्ली परिवार नूं वधाइयां दित्तियां। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਡੈਲਟਾ ਤੋਂ 1.5 ਮਹੀਨਾ ਪਹਿਲਾਂ ਭੇਤਭਰੇ ਢੰਗ ਨਾਲ ਲਾਪਤਾ ਹੋਏ 21 ਸਾਲਾ ਪੰਜਾਬੀ ਨੌਜਵਾਨ ਅਨਮੋਲ ਜਗਤ ਦੀ ਪੁਲਿਸ ਨੇ ਲਾਸ਼ ਬਰਾਮਦ ਕੀਤੀ ਹੈ। ਅਨਮੋਲ ਜਗਤ ਨੂੰ ਆਖਰੀ ਵਾਰ 24 ਅਕਤੂਬਰ ਨੂੰ ਡੈਲਟਾ ਦੀ 114 ਸਟਰੀਟ ਤੇ 80 ਐਵਨਿਊ ਤੇ ਦੇਖਿਆ ਗਿਆ ਸੀ। ਪੁਲਿਸ ਉਸ ਦੀ ਸਰਗਰਮੀ ਨਾਲ ਭਾਲ ਕਰ ਰਹੀ ਸੀ। ਇਸ ਦੌਰਾਨ ਬੀਤੀ 7 ਨਵੰਬਰ ਨੂੰ ਪੁਲਿਸ ਨੂੰ ਉਸ ਦਾ ਬੈਗ ਤੇ ਮੋਬਾਈਲ ਫੋਨ ਮਿਲ ਗਿਆ ਸੀ ਤੇ ਉਸ ਦੀ ਲਾਸ਼ ਮਿਲੀ ਹੈ। ਪਟਿਆਲਾ ਸ਼ਹਿਰ ਨਾਲ ਸੰਬੰਧਿਤ ਅਨਮੋਲ 2019 ਵਿੱਚ ਪੰਜਾਬ ਤੋਂ ਕੈਨੇਡਾ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਕਾਰਨਰ ਸਰਵਿਸਿਜ਼ ਏਜੰਸੀ ਅਨਮੋਲ ਜਗਤ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਦੱਸਿਆ ਗਿਆ ਹੈ ਕਿ ਅਨਮੋਲ ਡਿਪਰੈਸ਼ਨ ਦਾ ਵੀ ਮਰੀਜ਼ ਸੀ। ਮਰਦਾਂ ਅਤੇ ਔਰਤਾਂ ਦਾ ਕੰਮ ਅਤੇ ਅਹੁਦਾ ਭਾਵੇਂ ਇੱਕੋ ਜਿਹਾ ਹੋਵੇ, ਪਰ ਆਮਦਨ ਵਿੱਚ ਸਿਰਫ ਮਰਦ ਹੀ ਅੱਗੇ ਹੁੰਦੇ ਨੇ। ਇਹ ਗੱਲ ਅਮਰੀਕਾ ਵਿੱਚ 80,000 ਡਾਕਟਰਾਂ ਤੇ ਕੀਤੇ ਗਏ ਸਰਵੇਖਣ ਦੀ ਰਿਪੋਰਟ ਦੱਸ ਰਹੀ ਹੈ। ਰਿਪੋਰਟ ਮੁਤਾਬਕ 40 ਸਾਲਾਂ ਦੇ ਕਰੀਅਰ ਵਿੱਚ ਮਹਿਲਾ ਡਾਕਟਰਾਂ ਦੀ ਕਮਾਈ ਪੁਰਸ਼ ਡਾਕਟਰਾਂ ਦੇ ਮੁਕਾਬਲੇ 25% ਤੱਕ ਘੱਟ ਹੈ। ਉਹਨਾਂ ਦੀ ਆਮਦਨ ਦਾ ਅੰਤਰ 15 ਕਰੋੜ ਰੁਪਏ ਤੋਂ ਵੱਧ ਹੈ।
ਮੈਡੀਕਲ ਜਰਨਲ ਹੈਲਥ ਅਫੇਅਰਸ ਵਿੱਚ ਪ੍ਰਕਾਸ਼ਿਤ ਇੱਕ ਸਰਵੇਖਣ ਮੁਤਾਬਕ ਮਹਿਲਾ ਡਾਕਟਰ ਨੌਕਰੀ ਦੇ ਪਹਿਲੇ ਦਿਨ ਤੋਂ ਹੀ ਆਮਦਨ ਵਿੱਚ ਮਰਦਾਂ ਨਾਲੋਂ ਪਿੱਛੇ ਰਹਿੰਦੀਆਂ ਨੇ। ਇਸ ਅਧਿਐਨ ਦੇ ਮੁਖੀ ਅਤੇ ਰੈਂਡ ਕਾਰਪੋਰੇਸ਼ਨ ਦੇ ਸਿਹਤ ਅਰਥਸ਼ਾਸਤਰੀ ਕ੍ਰਿਸਫੋਟਰ ਵੈਲੀ ਦਾ ਕਹਿਣਾ ਹੈ ਕਿ 2014 ਤੋਂ 2019 ਦਰਮਿਆਨ ਕੀਤਾ ਗਿਆ ਇਹ ਸਰਵੇਖਣ ਡਾਕਟਰਾਂ ਦੀਆਂ ਤਨਖਾਹਾਂ ਦਾ ਸਭ ਤੋਂ ਵੱਡਾ ਵਿਸ਼ਲੇਸ਼ਣ ਹੈ ਅਤੇ ਇਸਨੇ ਪਹਿਲੀ ਵਾਰ ਮੈਡੀਕਲ ਖੇਤਰ ਵਿੱਚ ਤਨਖਾਹ ਦੇ ਅੰਤਰ ਦਾ ਅੰਦਾਜ਼ਾ ਲਗਾਇਆ। ਸਰਵੇਖਣ ਵਿੱਚ ਅਸੀਂ ਪਾਇਆ ਹੈ ਕਿ ਇਹ ਅੰਤਰ ਪਹਿਲੇ ਸਾਲ ਤੋਂ 40ਵੇਂ ਸਾਲ ਤੱਕ ਬਣਿਆ ਰਿਹਾ, ਜੋ ਕਿ ਬਹੁਤ ਵੱਡਾ ਹੈ। ਸ਼ਾਇਦ ਇਸੇ ਸਮੇਂ ਦੌਰਾਨ ਇਹ ਫਰਕ ਹੋਰ ਵੱਧ ਗਿਆ ਕਿਉਂਕਿ ਮਹਾਮਾਰੀ ਨੇ ਔਰਤਾਂ ਨੂੰ ਡਾਕਟਰੀ, ਬੱਚਿਆਂ ਦੀ ਦੇਖਭਾਲ ਅਤੇ ਹੋਰ ਘਰੇਲੂ ਕੰਮਾਂ ਸਮੇਤ ਬਹੁਤ ਸਾਰੇ ਖੇਤਰਾਂ ਵਿੱਚ ਕੰਮ ਵਾਲੀ ਥਾਂ ਤੋਂ ਬਾਹਰ ਜਾਣ ਲਈ ਪ੍ਰੇਰਿਆ ਹੈ। ਖੋਜੀਆਂ ਨੇ ਲਿੰਕਡਇਨ ਜਿਵੇਂ ਇੱਕ ਸੋਸ਼ਲ ਨੈਟਵਰਕ ਤੇ ਡਾਕਸਿਮਿਟੀ ਤੇ ਇਕੱਠੇ ਤਨਖਾਹ ਡਾਟਾ ਦਾ ਵਿਸ਼ਲੇਸ਼ਣ ਕੀਤਾ, ਜੋ ਅਮਰੀਕਾ ਵਿੱਚ 80% ਡਾਕਟਰਾਂ ਤੱਕ ਪਹੁੰਚਣ ਦਾ ਦਾਅਵਾ ਕਰਦਾ ਹੈ। ਸਮਾਨ ਤਜਰਬੇ ਵਾਲੇ ਪੁਰਸ਼ਾਂ ਅਤੇ ਔਰਤਾਂ ਵਿਚਕਾਰ ਤਨਖਾਹ ਦੀ ਤੁਲਨਾ ਕਰਦੇ ਹੋਏ ਖੋਜੀਆਂ ਨੇ ਅੰਦਾਜ਼ਾ ਲਗਾਇਆ ਕਿ ਪੁਰਸ਼ ਡਾਕਟਰਾਂ ਨੇ 40 ਸਾਲਾਂ ਦੇ ਕੈਰੀਅਰ ਵਿੱਚ ਔਸਤਨ 62.59 ਕਰੋੜ ਰੁਪਏ, ਜਦਕਿ ਔਰਤਾਂ ਨੇ ਲਗਭਗ 47.50 ਕਰੋੜ ਰੁਪਏ ਕਮਾਏ। ਦੱਖਣੀ ਮੱਧ ਅਮਰੀਕੀ ਰਾਜ ਟੈਕਸਾਸ ਦੇ ਸਭ ਤੋਂ ਵੱਡੇ ਸ਼ਹਿਰ ਹਿਊਸਟਨ ਵਿੱਚ ਗੰਦੇ ਪਾਣੀ ਵਿੱਚ ਓਮਿਕਰੌਨ ਵੈਰੀਐਂਟ ਪਾਇਆ ਗਿਆ ਹੈ। ਸ਼ਹਿਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ। ਕਈ ਸਥਾਨਕ ਮੀਡੀਆ ਆਊਟਲੈਟਸ ਨੇ ਦੱਸਿਆ ਕਿ ਦੱਖਣੀ ਮੱਧ ਅਮਰੀਕੀ ਰਾਜ ਟੈਕਸਾਸ ਦੇ ਸਭ ਤੋਂ ਵੱਡੇ ਸ਼ਹਿਰ ਹਿਊਸਟਨ ਨੇ ਆਪਣੇ 39 ਗੰਦੇ ਪਾਣੀ ਦੇ ਟ੍ਰੀਟਮੈਂਟ ਪਲਾਂਟਾਂ ਵਿੱਚੋਂ 8 ਵਿੱਚ ਕੋਵਿਡ-19 ਦੇ ਓਮਿਕਰੌਨ ਵੈਰੀਐਂਟ ਦਾ ਪਤਾ ਲਗਾਇਆ ਹੈ। ਟੈਕਸਾਸ ਡਿਪਾਰਟਮੈਂਟ ਆਫ ਸਟੇਟ ਹੈਲਥ ਸਰਵਿਸਿਜ਼ ਮੁਤਾਬਕ ਹੈਰਿਸ ਕਾਉਂਟੀ ਵਿੱਚ ਰਹਿਣ ਵਾਲੀ 40 ਸਾਲ ਦੀ ਇੱਕ ਔਰਤ ਦੀ ਸੋਮਵਾਰ ਨੂੰ ਮੌਤ ਹੋਈ ਸੀ। ਇਸ ਦੀ ਟੈਕਸਾਸ ਦੇ ਓਮਿਕਰੌਨ ਕੋਵਿਡ-19 ਰੂਪ ਦੇ ਪਹਿਲੇ ਕੇਸ ਵਜੋਂ ਪਛਾਣ ਕੀਤੀ ਗਈ ਸੀ। ਸਥਾਨਕ ਮੀਡੀਆ ਨੇ ਦੱਸਿਆ ਕਿ ਔਰਤ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਸੀ ਅਤੇ ਉਸਨੇ ਕਿਸੇ ਵੀ ਹਾਲੀਆ ਯਾਤਰਾ ਇਤਿਹਾਸ ਦੀ ਰਿਪੋਰਟ ਨਹੀਂ ਕੀਤੀ ਸੀ। ਸ਼ਿਕਾਗੋ ਟ੍ਰਿਬਿਊਨ ਨੇ ਮੰਗਲਵਾਰ ਨੂੰ ਰਿਪੋਰਟ ਦਿੱਤੀ ਹੈ ਕਿ ਸ਼ਿਕਾਗੋ ਵਿੱਚ ਪਹਿਲੇ ਕੋਵਿਡ-19 ਓਮਿਕਰੌਨ ਵੈਰੀਐਂਟ ਕੇਸ ਦੀ ਪਛਾਣ ਕਿਸੇ ਅਜਿਹੇ ਵਿਅਕਤੀ ਵਿੱਚ ਕੀਤੀ ਗਈ ਜਿਸਨੇ ਦੂਜੇ ਕਿਸੇ ਅਜਿਹੇ ਵਿਅਕਤੀ ਨਾਲ ਸੰਪਰਕ ਕੀਤਾ ਸੀ ਜਿਸਨੇ ਸ਼ਹਿਰ ਦੀ ਯਾਤਰਾ ਕੀਤੀ ਸੀ ਅਤੇ ਕਿਸੇ ਹੋਰ ਰਾਜ ਵਿੱਚ ਓਮਿਕਰੌਨ ਲਈ ਪੋਜ਼ਿਟਿਵ ਪਾਇਆ ਗਿਆ। ਸ਼ਖਸ ਨੇ ਬੂਸਟਰ ਵੈਕਸੀਨ ਲਗਵਾਈ ਸੀ ਅਤੇ ਫਿਲਹਾਲ ਉਹ ਹਸਪਤਾਲ ਵਿੱਚ ਦਾਖਲ ਨਹੀਂ ਹੈ। ਪਹਿਲੀ ਵਾਰ 24 ਨਵੰਬਰ ਨੂੰ ਦੱਖਣੀ ਅਫਰੀਕਾ ਵਿੱਚ ਓਮਿਕਰੌਨ ਵੈਰੀਐਂਟ ਦੀ ਰਿਪੋਰਟ ਕੀਤੀ ਗਈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ TS ਤ੍ਰਿਮੂਰਤੀ ਨੇ ਸ਼ਰਨਾਰਥੀਆਂ ਦੇ ਮਨੁੱਖੀ ਅਧਿਕਾਰ ਦੀ ਰਾਖੀ ਲਈ ਪ੍ਰਤੀਬੱਧਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਜਦੋਂ ਪੱਛਮੀ ਪਾਕਿਸਤਾਨ ਨੇ ਪੂਰਬੀ ਪਾਕਿਸਤਾਨ 'ਚ ਕਤਲੇਆਮ ਸ਼ੁਰੂ ਕੀਤਾ ਤਾਂ ਭਾਰਤ ਨੇ ਲੱਖਾਂ ਸ਼ਰਨਾਰਥੀਆਂ ਨੂੰ ਆਪਣੇ ਦੇਸ਼ 'ਚ ਪਨਾਹ ਦਿੱਤੀ ਤੇ ਉਦੋਂ ਜਾਰੀ ਕਤਲੇਆਮ ਤੋਂ ਉਨ੍ਹਾਂ ਦੀ ਰੱਖਿਆ ਕੀਤੀ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸ਼ਰਨਾਰਥੀਆਂ ਨੇ ਸੰਯੁਕਤ ਰਾਸ਼ਟਰ ਹਾਈ ਕਮਿਸ਼ਨ ਵੱਲੋਂ ਤ੍ਰਿਮੂਰਤੀ ਨੇ ਕਿਹਾ ਕਿ ਹਥਿਆਰਬੰਦ ਸੰਘਰਸ਼ ਰੋਕਣ, ਅੱਤਵਾਦ ਦੀ ਰੋਕਥਾਮ ਤੇ ਸਥਾਈ ਸ਼ਾਂਤੀ ਦੀ ਸਥਾਪਨਾ ਨਾਲ ਲੋਕਾਂ ਨੂੰ ਆਪਣੇ ਦੇਸ਼ ਨੂੰ ਛੱਡਣ ਲਈ ਮਜਬੂਰ ਨਹੀਂ ਹੋਣਾ ਪਏਗਾ। ਅਸੀਂ ਸਰਕਾਰੀ ਪੱਧਰ ਤੇ ਅਜਿਹੀਆਂ ਨੀਤੀਆਂ ਨਹੀਂ ਬਣਾ ਸਕਦੇ ਜਿੱਥੇ ਉਹਨਾਂ ਨੂੰ ਇੱਕ ਦੇਸ਼ ਵਿੱਚ ਅਤਿਆਚਾਰ ਦਾ ਸਾਹਮਣਾ ਕਰਨਾ ਪਏ ਤੇ ਫਿਰ ਦੂਜੇ ਦੇਸ਼ 'ਚ ਉਹਨਾਂ ਨੂੰ ਸ਼ਰਨਾਰਥੀ ਬਣਾਉਣ ਦਾ ਪ੍ਰਬੰਧ ਹੋਵੇ। ਉਹਨਾਂ ਨੇ ਕਿਹਾ ਕਿ ਇਸ ਮੁੱਦੇ ਤੇ ਕਿਸੇ ਦੇਸ਼ ਦੀ ਖੁਦਮੁਖਤਿਆਰੀ ਦੀ ਧਾਰਨਾ ਨੂੰ ਘੱਟ ਨਹੀਂ ਕਰਕੇ ਦੇਖਣਾ ਚਾਹੀਦਾ। ਕੌਮਾਂਤਰੀ ਕਾਰਵਾਈ ਵਿੱਚ ਉਸ ਧਾਰਨਾ ਦੇ ਘੇਰੇ 'ਚ ਹੋਵੇ। ਰਾਜਦੂਤ ਤ੍ਰਿਮੂਰਤੀ ਨੇ ਕਿਹਾ ਕਿ ਸਮਕਾਲੀ ਇਤਿਹਾਸ ਵਿੱਚ ਭਾਰਤ ਦੇ ਸਤਿਕਾਰ 'ਚ ਕੋਈ ਕਮੀ ਨਹੀਂ ਰਹੀ। ਗੁਆਂਢੀ ਦੇਸ਼ ਦੇ ਸ਼ਰਨਾਰਥੀਆਂ ਦੀ ਮਦਦ ਕਰਨ ਦੇ ਮਾਮਲੇ 'ਚ ਭਾਰਤ 'ਚ ਬਿਹਤਰੀਨ ਰਿਕਾਰਡ ਹੈ। ਫਿਰ ਭਾਵੇਂ ਤਿੱਬਤੀ ਹੋਣ ਜਾਂ ਬੰਗਲਾਦੇਸ਼, ਸ੍ਰੀਲੰਕਾ, ਅਫਗਾਨਿਸਤਾਨ ਤੇ ਮਿਆਂਮਾਰ ਦੇ ਸਾਡੇ ਭੈਣ ਭਰਾ ਹੋਣ, ਭਾਰਤ ਨੇ ਇਸ ਵਿਸ਼ੇ ਤੇ ਹਮੇਸ਼ਾ ਸੁਹਿਰਦਤਾ ਨਾਲ ਕੰਮ ਲਿਆ ਹੈ। ਉਹਨਾਂ ਨੇ ਦੱਸਿਆ ਕਿ ਇਤਿਹਾਸ ਸਬੂਤ ਹੈ ਕਿ ਭਾਰਤ ਨੇ ਹਮੇਸ਼ਾ ਉਹਨਾਂ ਲੋਕਾਂ ਨੂੰ ਸ਼ਰਨ ਦਿੱਤੀ ਹੈ ਜੋ ਵਿਦੇਸ਼ੀ ਭੂਮੀ 'ਚ ਸਤਾਏ ਗਏ ਨੇ। ਸ਼ਰਨਾਰਥੀਆਂ ਦੇ ਮੁੱਦਿਆਂ ਤੇ ਭਾਰਤ ਦਾ ਰੁਖ ਹਮੇਸ਼ਾ ਮਨੁੱਖਾ ਰਿਹਾ ਹੈ। ਅਸੀਂ ਸਦੀਆਂ ਪਹਿਲਾਂ ਸਤਾਏ ਗਏ ਯਹੂਦੀਆਂ ਅਤੇ ਪਾਰਸੀਆਂ ਨੂੰ ਸ਼ਰਨ ਦਿੱਤੀ ਹੈ। ਉਹਨਾਂ ਨੂੰ ਭਾਰਤ 'ਚ ਆਪਣਾ ਘਰ ਮਿਲਿਆ। ਹੁਣ ਉਹਨਾਂ ਦੀ ਸੰਸਕ੍ਰਿਤੀ ਸਾਡੀ ਸੰਸਕ੍ਰਿਤੀ ਵਿੱਚ ਰਸ ਬਸ ਗਈ ਹੈ। ਭਾਰਤੀ ਰਾਜਦੂਤ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਭਾਰਤ ਲੱਖਾਂ ਸ਼ਰਨਾਰਥੀਆਂ ਦਾ ਘਰ ਹੈ। ਨਾਲ ਹੀ ਇਹ ਦੇਸ਼ ਆਪਣੇ ਹੀ ਵਸੀਲਿਆਂ ਤੋਂ ਉਹਨਾਂ ਦੀ ਨਿਗਰਾਨੀ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਭਾਰਤ ਚਾਹੁੰਦਾ ਹੈ ਕਿ ਹੁਣ ਇਹਨਾਂ ਨੂੰ ਸ਼ਰਨਾਰਥੀਆਂ ਨੂੰ ਆਪਣੇ ਦੇਸ਼ 'ਚ ਸਨਮਾਨਜਨਕ ਸੁਰੱਖਿਆ ਤੇ ਨਿਰੰਤਰ ਵਾਪਸੀ ਮਿਲੇ। ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਖੈਬਰ ਪਖਤੂਨਖਵਾ 'ਚ ਸਥਾਨਕ ਸਰਕਾਰਾਂ ਚੋਣਾਂ ਤੋਂ ਪਹਿਲਾਂ ਪੇਸ਼ਾਵਰ ਦੀ ਆਪਣੀ ਤੈਅ ਯਾਤਰਾ ਰੱਦ ਕਰਨ ਦਾ ਹੁਕਮ ਦਿੱਤਾ ਹੈ। ਖੇਤਰੀ ਚੋਣ ਕਮਿਸ਼ਨਰ ਵੱਲੋਂ ਲਿਖੇ ਪੱਤਰ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੂੰ 19 ਦਸੰਬਰ ਨੂੰ ਖੈਬਰ ਪਖਤੂਨਖਵਾ ਵਿੱਚ ਤੈਅ ਸਥਾਨਕ ਸਰਕਾਰਾਂ ਚੋਣਾਂ ਤੋਂ ਪਹਿਲਾਂ ਪੇਸ਼ਾਵਰ ਨਾ ਜਾਣ ਲਈ ਕਿਹਾ ਗਿਆ ਹੈ। ਚੋਣ ਕਮਿਸ਼ਨਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਖੈਬਰ ਪਖਤੂਨਖਵਾ ਵਿੱਚ ਤੈਅ ਦੌਰਾ ਜ਼ਾਬਤੇ ਦੀ ਉਲੰਘਣਾ ਹੋਏਗਾ। ਚੋਣ ਕਮਿਸ਼ਨਰ ਨੇ ਪਾਕਿਸਤਾਨ ਚੋਣ ਕਾਨੂੰਨ ਦੀ ਧਾਰਾ 233 ਅਤੇ 234 ਦੇ ਤਹਿਤ ਕਿਸੇ ਵੀ ਜ਼ਾਬਤੇ ਦੀ ਉਲੰਘਣਾ ਕਰਦੇ ਪਾਏ ਜਾਣ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਾਨੂੰਨੀ ਕਾਰਵਾਈ ਦੀ ਚੁਣੌਤੀ ਦਿੱਤੀ ਹੈ।
ਇੱਕ ਰੋਹਿੰਗਿਆ ਸ਼ਰਨਾਰਥੀ ਨੇ ਇੰਟਰਨੈਟ ਮੀਡੀਆ ਦੇ ਸਭ ਤੋਂ ਵੱਡੇ ਪਲੇਟਫਾਰਮ ਫੇਸਬੁੱਕ ਤੇ 150 ਅਰਬ ਡਾਲਰ ਦੇ ਹਰਜ਼ਾਨੇ ਦਾ ਮੁਕੱਦਮਾ ਠੋਕ ਦਿੱਤਾ ਹੈ। ਇਸ ਰੋਹਿੰਗਿਆ ਸ਼ਰਨਾਰਥੀ ਨੇ ਫੇਸਬੁੱਕ ਤੇ ਮੁਕੱਦਮਾ ਮਿਆਂਮਾਰ ਦੇ ਫੌਜੀ ਸ਼ਾਸਕ ਤੇ ਉਸਦੇ ਸਮਰਥਕਾਂ ਦੇ ਸਥਾਨਕ ਮੁਸਲਿਮ ਭਾਈਚਾਰੇ ਦੇ ਲੋਕਾਂ ਖਿਲਾਫ ਹਿੰਸਾ ਨੂੰ ਜਾਇਜ਼ ਠਹਿਰਾਉਣ ਤੇ ਉਹਨਾਂ ਦੇ ਭਾਈਚਾਰੇ ਖਿਲਾਫ ਨਫ਼ਰਤ ਭਰੀ ਵਿਸ਼ਾ ਸਮੱਗਰੀ ਦਾ ਪ੍ਰਸਾਰ ਰੋਕਣ 'ਚ ਨਾਕਾਮ ਰਹਿਣ ਤੇ ਕੀਤਾ ਹੈ। ਰੋਹਿੰਗਿਆ ਦੇ ਵਕੀਲਾਂ ਨੇ ਅਮਰੀਕੀ ਸੂਬੇ ਕੈਲੀਫੋਰਨੀਆ 'ਚ ਬੀਤੇ ਸੋਮਵਾਰ ਨੂੰ ਫੇਸਬੁੱਕ ਦੀ ਮੁੱਖ ਕੰਪਨੀ ਮੈਟਾ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਕੇਸ ਦਾ ਦੋਸ਼ ਲਗਾਇਆ ਗਿਆ ਹੈ ਕਿ ਮਿਆਂਮਾਰ 'ਚ ਫੇਸਬੁੱਕ ਤੇ ਆਉਣ ਤੋਂ ਬਾਅਦ ਤੋਂ ਹੀ ਹਿੰਸਾ ਤੇ ਨਫ਼ਰਤ ਦਾ ਸਿਲਸਿਲਾ ਸ਼ੁਰੂ ਹੋ ਗਿਆ। ਫੇਸਬੁੱਕ ਜ਼ਰੀਏ ਉੱਥੇ ਹਿੰਸਾ ਫੈਲਾਈ ਗਈ, ਨਫ਼ਰਤ ਭਰੇ ਭਾਸ਼ਣ ਤੇ ਗਲਤ ਜਾਣਕਾਰੀਆਂ ਨਾਲ ਭਰਮ ਫੈਲਾਏ ਗਏ। ਇਸੇ ਦਾ ਨਤੀਜਾ ਹੋਇਆ ਕਿ ਮਿਆਂਮਾਰ 'ਚ ਵੱਡੇ ਪੈਮਾਨੇ ਤੇ ਰੋਹਿੰਗਿਆ ਭਾਈਚਾਰਿਆਂ ਦਾ ਕਤਲੇਆਮ ਹੋਇਆ। ਇਸੇ ਤਰ੍ਹਾਂ ਬਰਤਾਨੀਆ ਦੀ ਰਾਜਧਾਨੀ ਲੰਡਨ 'ਚ ਵੀ ਰੋਹਿੰਗਿਆ ਦੇ ਵਕੀਲਾਂ ਨੇ ਇੱਕ ਕਾਨੂੰਨੀ ਨੋਟਿਸ ਭੇਜਿਆ ਹੈ। ਮਿਆਂਮਾਰ 'ਚ ਵੱਡੇ ਪੈਮਾਨੇ ਤੇ ਹੋਏ ਕਤਲੇਆਮ ਦੀ ਸਾਲਾਂ ਦੀ ਸ਼ਾਨ-ਬਾਣ ਤੇ ਬਦਲਾਵਾਂ ਦੇ ਬਾਵਜੂਦ ਫੇਸਬੁੱਕ ਦੇ ਹਾਲ ਦੇ ਅੰਦਰੂਨੀ ਦਸਤਾਵੇਜ਼ਾਂ ਤੋਂ ਜ਼ਾਹਿਰ ਹੋਇਆ ਹੈ ਕਿ ਕੰਪਨੀ ਹੁਣ ਵੀ ਨਫ਼ਰਤ ਭਰੇ ਭਾਸ਼ਣਾਂ ਤੇ ਮਿਆਂਮਾਰ ਬਾਰੇ ਸੂਚਨਾਵਾਂ ਨੂੰ ਸਹੀ ਤਰੀਕੇ ਨਾਲ ਦੇ ਸਕਣ 'ਚ ਨਾਕਾਮ ਹੈ। ਇਸ ਸਾਲ ਬੀਤੀ 1 ਫਰਵਰੀ ਤੋਂ ਫੌਜ ਦੇ ਤਖਤਾ ਪਲਟ ਤੋਂ ਬਾਅਦ ਤੋਂ ਉੱਥੇ ਹੋ ਰਹੇ ਲੋਕਾਂ ਦੇ ਸ਼ੋਸ਼ਣ ਸੰਬੰਧੀ ਜਾਣਕਾਰੀਆਂ ਵੀ ਫੇਸਬੁੱਕ ਸਹੀ ਤਰੀਕੇ ਨਾਲ ਨਹੀਂ ਦੇ ਰਿਹਾ। ਪਾਕਿਸਤਾਨ ਤੋਂ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ ਜਿੱਥੇ ਪਾਕਿਸਤਾਨ ਰੇਲਵੇ ਦੇ ਡਰਾਈਵਰ ਨੇ ਦਹੀਂ ਲੈਣ ਲਈ ਰੇਲ ਗੱਡੀ ਹੀ ਰੋਕ ਦਿੱਤੀ। ਇੱਕ ਖਬਰ ਮੁਤਾਬਕ ਪਾਕਿਸਤਾਨ ਦੇ ਰੇਲ ਮੰਤਰੀ ਆਜ਼ਮ ਖਾਨ ਜ਼ਵਾਤੀ ਨੇ ਕਾਨਾ ਰੇਲਵੇ ਸਟੇਸ਼ਨ ਨੇੜੇ ਦਹੀਂ ਖਰੀਦਣ ਲਈ ਰਸਤੇ 'ਚ ਟ੍ਰੇਨ ਨੂੰ ਰੋਕਣ ਵਾਲੇ ਡਰਾਈਵਰ ਅਤੇ ਉਸਦੇ ਸਹਾਇਕ ਨੂੰ ਮੁਅੱਤਲ ਕਰ ਦਿੱਤਾ ਹੈ। ਮੰਤਰੀ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਤੇ ਕਾਰਵਾਈ ਕੀਤੀ ਜਿਸ ਵਿੱਚ ਟ੍ਰੇਨ ਡਰਾਈਵਰ ਨੂੰ ਇੱਕ ਦੁਕਾਨ ਤੋਂ ਦਹੀਂ ਖਰੀਦਦੇ ਹੋਏ ਅਤੇ ਟ੍ਰੇਨ ਨੂੰ ਰੋਕਦੇ ਹੋਏ ਦਿਖਾਇਆ ਗਿਆ। ਵੀਡੀਓ ਕਲਿੱਪ ਤੋਂ ਬਾਅਦ ਰੇਲਵੇ ਵਿਭਾਗ ਦੀ ਆਲੋਚਨਾ ਕੀਤੀ ਗਈ ਜੋ ਹਾਦਸਿਆਂ ਤੇ ਯਾਤਰੀਆਂ ਦੀ ਸੁਰੱਖਿਆ ਅਤੇ ਘੱਟ ਮਾਲੀਏ ਦੇ ਵੱਖ-ਵੱਖ ਮੁੱਦਿਆਂ ਕਾਰਨ ਮੁਸੀਬਤ ਵਿੱਚ ਹੈ। ਮੰਤਰੀ ਨੇ ਕਾਰਵਾਈ ਕਰਦਿਆਂ ਪਾਕਿਸਤਾਨ ਰੇਲਵੇ ਲਾਹੌਰ ਪ੍ਰਸ਼ਾਸਨ ਨੂੰ ਡਰਾਈਵਰ ਰਾਣਾ ਮੁਹੰਮਦ ਸ਼ਹਿਜ਼ਾਦ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਨੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਹਾਇਕ ਇਫਤਿਖਾਰ ਹੁਸੈਨ ਖਿਲਾਫ ਕਾਰਵਾਈ ਕੀਤੀ ਗਈ। ਮੰਤਰੀ ਨੇ ਇੱਕ ਬਿਆਨ ਵਿੱਚ ਕਿਹਾ, ਚੇਤਾਵਨੀ ਦਿੰਦਿਆਂ ਕਿ ਮੈਂ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕਰਾਂਗਾ ਤੇ ਕਿਸੇ ਨੂੰ ਵੀ ਨਿੱਜੀ ਵਰਤੋਂ ਲਈ ਰਾਸ਼ਟਰੀ ਸੰਪਤੀ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਦੇਵਾਂਗਾ। ਪਾਕਿਸਤਾਨ ਰੇਲਵੇ ਨੇ ਸਫ਼ਰ ਦੌਰਾਨ ਲੋਕੋਮੋਟਿਵ ਡਰਾਈਵਰਾਂ ਅਤੇ ਸਹਾਇਕਾਂ ਦੇ ਮੋਬਾਈਲ ਫੋਨ ਦੀ ਵਰਤੋਂ ਕਰਨ ਤੇ ਵੀ ਪਾਬੰਦੀ ਲਗਾਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਵੀਰਵਾਰ ਨੂੰ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਕਿ ਸੁੱਚਾ ਸਿੰਘ ਛੋਟੇਪੁਰ ਪਹਿਲਾਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਨੇ। 2002 ਵਿੱਚੋਂ ਪੁਰਾਣੇ ਹਲਕੇ ਧਾਰੀਵਾਲ ਤੋਂ ਆਜ਼ਾਦ ਉਮੀਦਵਾਰ ਵਜੋਂ ਵਿਧਾਇਕ ਬਣੇ ਸਨ। ਇਸ ਦੇ ਇਲਾਵਾ ਵੀ ਹੋਰ ਅਨੇਕਾਂ ਅਹੁਦਿਆਂ ਤੇ ਰਹਿ ਚੁੱਕੇ ਨੇ ਜਿਨ੍ਹਾਂ ਦੇ ਅਕਾਲੀ ਦਲ ਵਿੱਚ ਆਉਣ ਨਾਲ ਸਮੁੱਚੀ ਜ਼ਿਲ੍ਹਾ ਗੁਰਦਾਸਪੁਰ ਅੰਦਰ ਅਕਾਲੀ ਦਲ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਲਈ ਸਾਰੇ ਟੀਵੀ ਅਤੇ ਰੇਡੀਓ ਚੈਨਲਾਂ ਨੂੰ ਅਧਿਕਾਰ ਦੇਣ ਦੇ ਆਦੇਸ਼ ਦਿੱਤੇ ਜਾਣ। ਇਸ ਦਾ ਉਦੇਸ਼ ਗੁਰਬਾਣੀ ਕੀਰਤਨ ਦੀ ਪਹੁੰਚ ਵੱਧ ਤੋਂ ਵੱਧ ਯਕੀਨੀ ਬਣਾਉਣਾ ਹੈ ਤਾਂ ਕਿ ਕੋਈ ਵੀ ਸ਼ਰਧਾਲੂ ਕੀਰਤਨ ਸਰਵਨ ਕਰਨ ਤੋਂ ਵਿਰਵਾ ਨਾ ਰਹੇ। ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜਥੇਦਾਰ ਸਾਹਿਬ ਨੂੰ ਨਿੱਜੀ ਤੌਰ ਉੱਤੇ ਪੱਤਰ ਸੌਂਪਦੇ ਹੋਏ ਮੁੱਖ ਮੰਤਰੀ ਚੰਨੀ ਨੇ ਜਿਵੇਂ ਸਿੱਖ ਸੰਗਤ ਪਾਕਿਸਤਾਨ ਵਿੱਚ ਰਹਿ ਗਏ ਪਾਵਨ ਗੁਰੂ ਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਲਈ ਤਾਂਘ ਰਹੀ ਹੈ, ਉਸੇ ਤਰ੍ਹਾਂ ਹੀ ਸਿੱਖ ਸੰਗਤ ਦੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਹਰ ਸਮੇਂ ਖੁੱਲੇ ਪ੍ਰਸਾਰਣ ਦੀ ਵੀ ਹਮੇਸ਼ਾ ਤੀਬਰ ਇੱਛਾ ਰਹੀ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਜਥੇਦਾਰ ਸਾਹਿਬ ਨੂੰ ਭਰੋਸਾ ਦਿੱਤਾ ਹੈ ਕਿ ਇਸ ਕਾਰਜ ਲਈ ਲੋੜੀਂਦਾ ਢਾਂਚਾ ਬਣਾਉਣ ਜਾਂ ਆਉਣ ਵਾਲੇ ਹੋਰਨਾਂ ਖਰਚਿਆਂ ਲਈ ਲੋੜੀਂਦੀ ਰਾਸ਼ੀ ਪੰਜਾਬ ਸਰਕਾਰ ਸਹਿਣ ਨੂੰ ਤਿਆਰ ਹੈ। ਇਸ ਸਮੇਂ ਸਿਰਫ ਇੱਕ ਚੈਨਲ ਨੂੰ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਦੇ ਹੱਕ ਦੇ ਕੇ ਸ਼੍ਰੋਮਣੀ ਕਮੇਟੀ ਆਪ ਹੀ ਗੁਰਬਾਣੀ ਦੇ ਚਾਨਣ ਨੂੰ ਕੀਰਤਨ ਰਾਹੀਂ ਘਰ-ਘਰ ਪਹੁੰਚਣ ਦੇ ਰਾਹ ਵਿੱਚ ਰੋੜਾ ਬਣਾ ਰਹੀ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰਫ ਇੱਕ ਸੀਮਤ ਪ੍ਰਸਾਰਣ ਘੇਰੇ ਵਾਲੇ ਅਤੇ ਇੱਕ ਪਰਿਵਾਰ ਦੀ ਮਾਲਕੀ ਵਾਲੇ ਪੰਜਾਬੀ ਚੈਨਲ ਨੇ ਕੁਝ ਰਕਮ ਬਦਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਹੁੰਦੇ ਇਲਾਹੀ ਕੀਰਤਨ ਦੇ ਸਿੱਧੇ ਪ੍ਰਸਾਰਣ ਦੇ ਹੱਕ ਦਿੱਤੇ ਹੋਏ ਨੇ ਅਤੇ ਫੈਸਲਾ ਕਿਸੇ ਤਰ੍ਹਾਂ ਦੀ ਦੁਰਸਤ ਨਹੀਂ ਮੰਨਿਆ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵਿੱਚ ਬਹੁਮਤ ਹੈ ਅਤੇ ਉਸਨੇ 1996 ਅਤੇ 2004 ਵਿੱਚ ਹੋਈ ਸ਼੍ਰੋਮਣੀ ਕਮੇਟੀ ਦੀ ਚੋਣ ਲਈ ਜਾਰੀ ਕੀਤੇ ਗਏ ਆਪਣੇ ਚੋਣ ਮੈਨੀਫੈਸਟੋ ਵਿੱਚ ਸਿੱਖ ਸੰਗਤ ਨਾਲ ਇਹ ਵਾਅਦਾ ਕੀਤਾ ਸੀ ਕਿ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਲਈ ਸ਼੍ਰੋਮਣੀ ਕਮੇਟੀ ਆਪਣਾ ਟੀਵੀ ਚੈਨਲ ਸਥਾਪਿਤ ਕਰੇਗੀ। ਮੁੱਖ ਮੰਤਰੀ ਨੇ ਜਥੇਦਾਰ ਸਾਹਿਬ ਨੂੰ ਇਸ ਅਤ ਗੰਭੀਰ ਅਤੇ ਅਹਿਮ ਮਾਮਲੇ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੋੜੀਂਦੀਆਂ ਹਦਾਇਤਾਂ ਦੇਣ ਦੀ ਸਨੀਮਰ ਬੇਨਤੀ ਕੀਤੀ ਹੈ।
ਭਾਰਤ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਉਹਨਾਂ ਦੀ ਪਤਨੀ ਅਤੇ ਭਾਰਤ ਦੇ ਕਈ ਵੀਰ ਜਵਾਨਾਂ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋਣ ਤੋਂ ਬਾਅਦ ਪੂਰੀ ਦੁਨੀਆ ਸਦਮੇ ਵਿੱਚ ਹੈ। ਇਸ ਬਾਰੇ ਦੁਨੀਆ ਭਰ ਤੋਂ ਅਲੱਗ-ਅਲੱਗ ਪ੍ਰਤੀਕਿਰਿਆਵਾਂ ਆ ਰਹੀਆਂ ਨੇ। ਤਾਮਿਲਨਾਡੂ ਵਿੱਚ ਹੈਲੀਕਾਪਟਰ ਹਾਦਸੇ ਵਿੱਚ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੀ ਮੌਤ ਤੇ ਦੁਨੀਆ ਭਰ ਦੇ ਦੇਸ਼ਾਂ ਨੇ ਦੁੱਖ ਪ੍ਰਗਟ ਕੀਤਾ। ਬੁੱਧਵਾਰ ਦੁਪਹਿਰ ਵੇਲੇ ਤਾਮਿਲਨਾਡੂ ਦੇ ਕੁਨੂਰ ਵਿੱਚ ਹਾਦਸਾਗ੍ਰਸਤ ਹੋਏ ਸੈਨਾ ਦੇ ਹੈਲੀਕਾਪਟਰ ਵਿੱਚ ਸੀਡੀਐਸ ਬਿਪਿਨ ਰਾਵਤ, ਉਹਨਾਂ ਦੀ ਪਤਨੀ ਮਧੁਲਿਕਾ ਸਣੇ ਸੈਨਾ ਦੇ 14 ਲੋਕ ਸਵਾਰ ਸਨ। ਇਹਨਾਂ ਵਿੱਚੋਂ 13 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਇੱਕ ਦੀ ਹਾਲਤ ਗੰਭੀਰ ਹੈ। ਬਿਪਿਨ ਰਾਵਤ ਦੀ ਮੌਤ ਦੀ ਅਧਿਕਾਰਤ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਟਵੀਟ ਕਰਕੇ ਸੋਗ ਜਤਾਇਆ ਹੈ। ਬਲਿੰਕਨ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਦੁਖਦ ਦੁਰਘਟਨਾ ਵਿੱਚ ਮਾਰੇ ਗਏ ਭਾਰਤੀ ਚੀਫ ਆਫ ਡਿਫੈਂਸ ਸਟਾਫ ਜਨਰਲ ਰਾਵਤ, ਉਹਨਾਂ ਦੀ ਪਤਨੀ ਅਤੇ ਸਹਿਯੋਗੀਆਂ ਦੀ ਮੌਤ ਤੇ ਮੇਰੀ ਡੂੰਘੀ ਸੰਵੇਦਨਾ ਹੈ। ਅਸੀਂ ਜਨਰਲ ਰਾਵਤ ਨੂੰ ਇੱਕ ਸਧਾਰਨ ਨੇਤਾ ਦੇ ਰੂਪ ਵਿੱਚ ਯਾਦ ਕਰਾਂਗੇ, ਜਿਨ੍ਹਾਂ ਨੇ ਆਪਣੇ ਦੇਸ਼ ਦੀ ਸੇਵਾ ਕੀਤੀ, ਅਮਰੀਕਾ ਭਾਰਤ ਰੱਖਿਆ ਸੰਬੰਧਾਂ ਵਿੱਚ ਯੋਗਦਾਨ ਦਿੱਤਾ। ਭਾਰਤ ਵਿੱਚ ਅਮਰੀਕੀ ਦੂਤ ਨੇ ਵੀ ਇਸ ਘਟਨਾ ਉੱਤੇ ਅਫਸੋਸ ਜਤਾਇਆ ਹੈ। ਭਾਰਤ ਵਿੱਚ ਰੂਸੀ ਦੂਤ ਨਿਕੋਲ ਨੇ ਕਿਹਾ ਕਿ ਉਹ ਸੰਕਟ ਦੀ ਇਸ ਘੜੀ ਵਿੱਚ ਭਾਰਤ ਦੇ ਨਾਲ ਹਨ। ਰੂਸੀ ਦੂਤ ਨੇ ਟਵੀਟ ਕਰਦੇ ਹੋਏ ਕਿਹਾ ਕਿ ਹੈਲੀਕਾਪਟਰ ਹਾਦਸੇ ਵਿੱਚ ਜਨਰਲ ਬਿਪਿਨ ਰਾਵਤ, ਸ਼੍ਰੀਮਤੀ ਮਧੁਲਿਕਾ ਰਾਵਤ ਅਤੇ 11 ਹੋਰ ਅਧਿਕਾਰੀਆਂ ਦੀ ਮੌਤ ਤੇ ਡੂੰਘਾ ਦੁੱਖ ਹੋਇਆ। ਭਾਰਤ ਨੇ ਆਪਣੇ ਮਹਾਨ ਦੇਸ਼ ਭਗਤ ਅਤੇ ਸਮਰਪਿਤ ਨਾਇਕ ਨੂੰ ਖੋ ਦਿੱਤਾ ਹੈ। ਰੂਸੀ ਦੂਤ ਨੇ ਟਵੀਟ ਵਿੱਚ ਕਿਹਾ ਕਿ ਰੂਸ ਨੇ ਇੱਕ ਬਹੁਤ ਕਰੀਬੀ ਦੋਸਤ ਗਵਾ ਦਿੱਤਾ ਹੈ। ਬਰਤਾਨਵੀ ਹਾਈ ਕਮਿਸ਼ਨਰ ਐਲੈਕਸ ਡਬਲਯੂ ਐਲਿਸ ਨੇ ਕਿਹਾ ਕਿ ਰਾਵਤ ਇੱਕ ਬੁੱਧੀਮਾਨ ਵਿਅਕਤੀ, ਇੱਕ ਬਹਾਦਰ ਸੈਨਿਕ ਸੀ। ਅਸੀਂ ਉਹਨਾਂ ਦੀ ਪਤਨੀ ਦੀ ਮੌਤ ਅਤੇ ਇਸ ਭਿਆਨਕ ਹਾਦਸੇ ਵਿੱਚ ਮਾਰੇ ਗਏ ਸਾਰੇ ਲੋਕਾਂ ਪ੍ਰਤੀ ਦੁੱਖ ਪ੍ਰਗਟ ਕਰਦੇ ਹਾਂ। ਦੂਜੇ ਪਾਸੇ ਜਾਪਾਨੀ ਦੂਤ ਸਤੋਸ਼ੀ ਸੁਜੂਕੀ ਨੇ ਕਿਹਾ ਕਿ ਉਹਨਾਂ ਇਸ ਖਬਰ ਕਾਰਨ ਕਾਫੀ ਦੁੱਖ ਹੋਇਆ। ਉਹਨਾਂ ਟਵੀਟ ਵਿੱਚ ਕਿਹਾ ਕਿ ਤਾਮਿਲਨਾਡੂ ਦੇ ਸੁਲੂਰ ਵਿੱਚ ਇੱਕ ਮੰਦਭਾਗੀ ਘਟਨਾ ਵਿੱਚ ਜਨਰਲ ਬਿਪਿਨ ਰਾਵਤ, ਚੀਫ ਆਫ ਡਿਫੈਂਸ ਸਟਾਫ, ਉਹਨਾਂ ਦੀ ਪਤਨੀ ਅਤੇ 11 ਹੋਰ ਅਧਿਕਾਰੀਆਂ ਦੇ ਦੇਹਾਂਤ ਕਾਰਨ ਡੂੰਘਾ ਦੁੱਖ ਹੋਇਆ। ਮੈਂ ਹਾਦਸੇ ਵਿੱਚ ਮਾਰੇ ਗਏ ਸਾਰੇ ਲੋਕਾਂ ਦੇ ਪਰਿਵਾਰਾਂ ਦੇ ਮੈਂਬਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ। ਜਨਰਲ ਰਾਵਤ ਦੀ ਮੌਤ ਦੀ ਖਬਰ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਸਣੇ ਕਈ ਦੇਸ਼ਾਂ ਵਿੱਚ ਸਥਿਤ ਇਜ਼ਰਾਈਲੀ ਦੂਤਘਰ ਨੇ ਟਵੀਟ ਕਰਕੇ ਸੋਗ ਪ੍ਰਗਟ ਕੀਤਾ ਅਤੇ ਜਨਰਲ ਰਾਵਤ ਨੂੰ ਮਹਾਨ ਨੇਤਾ ਦੱਸਿਆ। ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਦੇ ਹੋਏ ਹੈਲੀਕਾਪਟਰ ਹਾਦਸੇ ਵਿੱਚ ਤਰਨਤਾਰਨ ਦਾ ਜਵਾਨ ਵੀ ਸ਼ਹੀਦ ਹੋ ਗਿਆ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਨਾਇਕ ਗੁਰਸੇਵਕ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਦੋਦੋ ਪਿੰਡ ਦੇ ਰਹਿਣ ਵਾਲੇ ਸਨ। ਬੁੱਧਵਾਰ ਦੁਪਹਿਰ ਵੇਲੇ ਤਾਮਿਲਨਾਡੂ ਦੇ ਕੁਨੂਰ ਵਿੱਚ ਹਾਦਸਾਗ੍ਰਸਤ ਹੋਏ ਸੈਨਾ ਦੇ ਹੈਲੀਕਾਪਟਰ ਵਿੱਚ ਸੀਡੀਐਸ ਬਿਪਿਨ ਰਾਵਤ, ਉਹਨਾਂ ਦੀ ਪਤਨੀ ਮਧੁਲਿਕਾ ਸਣੇ ਸੈਨਾ ਦੇ 14 ਲੋਕ ਸਵਾਰ ਸਨ। ਇਹਨਾਂ ਵਿੱਚੋਂ 13 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਇੱਕ ਦੀ ਹਾਲਤ ਗੰਭੀਰ ਹੈ। ਸੀਡੀਐਸ ਬਿਪਿਨ ਰਾਵਤ ਦੇ ਨਾਲ ਇਸ ਹੈਲੀਕਾਪਟਰ ਵਿੱਚ ਸਵਾਰ ਜ਼ਿਆਦਾਤਰ ਆਰਮੀ ਦੇ ਜਵਾਨ ਉਹਨਾਂ ਦੀ ਸਿਕਿਉਰਿਟੀ ਟੀਮ ਦੇ ਮੈਂਬਰ ਸਨ। ਤਰਨਤਾਰਨ ਦੋਦੋ ਦੇ ਪਿੰਡ ਦੇ ਗੁਰਸੇਵਕ ਸਿੰਘ ਵੀ ਬਿਪਿਨ ਰਾਵਤ ਦੇ ਸੁਰੱਖਿਆ ਦਸਤੇ ਦੇ ਮੈਂਬਰ ਸਨ। ਗੁਰਸੇਵਕ ਸਿੰਘ ਆਰਮੀ ਦੀ 9 ਪੈਰਾ ਸਪੈਸ਼ਲ ਫੋਰਸ ਵਿੱਚ ਤੈਨਾਤ ਸੀ। ਹੈਲੀਕਾਪਟਰ ਹਾਦਸੇ ਤੋਂ ਬਾਅਦ ਤਾਮਿਲਨਾਡੂ ਤੋਂ ਸੈਨਾ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੇਰ ਸ਼ਾਮ ਨੂੰ ਤਰਨਤਾਰਨ ਜ਼ਿਲ੍ਹੇ ਦੇ ਖਾਲੜਾ ਥਾਣੇ ਦੇ ਐਸਐਚਓ ਨੂੰ ਫੋਨ ਕਰਕੇ ਗੁਰਸੇਵਕ ਸਿੰਘ ਦੇ ਸ਼ਹੀਦ ਹੋਣ ਦੀ ਜਾਣਕਾਰੀ ਦਿੱਤੀ। ਗੁਰਸੇਵਕ ਸਿੰਘ ਦਾ ਦੋਦੇ ਪਿੰਡ ਖਾਲੜਾ ਪੁਲਿਸ ਥਾਣੇ ਦੇ ਤਹਿਤ ਹੀ ਆਉਂਦਾ ਹੈ। ਗੁਰਸੇਵਕ ਸਿੰਘ ਦੀ ਮਾਂ ਦਾ ਦੇਹਾਂਤ ਹੋ ਚੁੱਕਾ ਹੈ, ਜਦਕਿ ਪਿਤਾ ਘਰ ਵਿੱਚ ਰਹਿੰਦੇ ਨੇ। ਤਰਨਤਾਰਨ ਦੇ ਐਸਐਸਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਆਰਮੀ ਨੇ ਬੇਸ਼ੱਕ ਸੰਬੰਧਤ ਥਾਣੇ ਵਿੱਚ ਨਾਇਕ ਗੁਰਸੇਵਕ ਸਿੰਘ ਦੇ ਸ਼ਹੀਦ ਹੋਣ ਦੀ ਜਾਣਕਾਰੀ ਦੇ ਦਿੱਤੀ ਹੈ, ਪਰ ਸੈਨਾ ਦੇ ਅਧਿਕਾਰੀਆਂ ਨੇ ਸਪਸ਼ਟ ਕਿਹਾ ਹੈ ਕਿ ਫਿਲਹਾਲ ਇਹ ਸੂਚਨਾ ਗੁਰਸੇਵਕ ਦੇ ਪਰਿਵਾਰ ਜਾਂ ਦੋਦੇ ਪਿੰਡ ਵਿੱਚ ਕਿਸੇ ਨੂੰ ਨਾ ਦਿੱਤੀ ਜਾਏ। ਸੈਨਾ ਦੇ ਅਧਿਕਾਰੀ ਖੁਦ ਪਰਿਵਾਰ ਨਾਲ ਸੰਪਰਕ ਕਰਕੇ ਉਹਨਾਂ ਗੁਰਸੇਵਕ ਸਿੰਘ ਦੀ ਸ਼ਹਾਦਤ ਦੀ ਜਾਣਕਾਰੀ ਦਿੱਤੀ। ਹਾਲਾਂਕਿ ਦੇਰ ਸ਼ਾਮ ਤੱਕ ਗੁਰਸੇਵਕ ਸਿੰਘ ਨੇ ਪਰਿਵਾਰ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਉਹਨਾਂ ਦੇ ਸ਼ਹੀਦ ਹੋਣ ਦੀ ਖਬਰ ਮਿਲ ਗਈ। ਸੋ ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।